ਪੰਜਾਬ ਦੀਆਂ ਮੰਡੀਆਂ ਦੇ ਲੇਬਰ ਤੇ ਟਰਾਂਸਪੋਰਟ ਦੇ ਛੋਟੇ ਠੇਕੇਦਾਰਾਂ ਦੀ ਯੂਨੀਅਨ ਨੇ 2020 ਤੋਂ ਲੈ ਕੇ 2022 ਤੱਕ ਲਗਾਤਾਰ ਕਾਂਗਰਸ ਦੀ ਸਰਕਾਰ ਦੁਆਰਾ ਲੇਬਰ ਕਾਟੇਜ, ਲੇਬਰ ਪੀਈਜੀ ਅਤੇ ਸਿਰਫ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਰਾਤੋਂ ਰਾਤ 5000 ਛੋਟੇ ਠੇਕੇਦਾਰਾਂ ਨੂੰ ਦਰਕਿਨਾਰ ਕਰਕੇ ਸਿਰਫ ਆਪਣੇ ਚਹੇਤੇ 20-25 ਠੇਕੇਦਾਰਾਂ ਨੂੰ ਪੰਜਾਬ ਦੀਆਂ ਅਨਾਜ ਮੰਡੀਆਂ ਦੀ ਲੇਬਰ ਟਰਾਂਸਪੋਰਟ ਦਾ ਠੇਕਾ ਮਨਮਾਨੇ ਰੇਟਾਂ ਤੇ ਅਲਾਟ ਕਰ ਦਿੱਤਾ ਤਾਂ ਕਿ ਛੋਟੇ ਠੇਕੇਦਾਰ ਕੰਪੀਟੀਸ਼ਨ ਤੋਂ ਬਾਹਰ ਹੋ ਜਾਣ। सबूतां के तौर पर ठेकेदारां ने मौजूदा एमएलए द्वारा मंत्री नूं लिखे गए अपने चहेते ठेकेदारां नूं देण दे पत्र पेश किए हैं। छोटे ठेकेदारां ने आम आदमी की सरकार की सराहना करते कहा कि मुख्यमंत्री भगवंत मान द्वारा उन्हां नूं भरोसा दिता है कि प्रेस्ट टेंडरां के तत्काल प्रभाव नाल कैंसर किए जाणगे ਅਤੇ ਠੇਕੇਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਟੈਂਡਰ ਅਲਾਟ ਕੀਤੇ ਜਾਣਗੇ ਤਾਂ ਕਿ ਪੰਜਾਬ ਦੇ 5000 ਛੋਟੇ ਠੇਕੇਦਾਰਾਂ ਨੂੰ ਰੋਜ਼ਗਾਰ ਮਿਲੇ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਖਤਮ ਕੀਤਾ ਜਾਵੇਗਾ। ਮਾਨਯੋਗ ਸੀਐਮ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਅਸੀਂ ਸਾਡੇ ਡਿਪਾਰਟਮੈਂਟ ਦੇ ਜੋ ਟੈਂਡਰ ਤੋਂ ਰਿਲੇਟਡ ਡਿਪਾਰਟਮੈਂਟ ਹੈ ਫੂਡ ਐਂਡ ਸਿਵਲ ਸਪਲਾਈ ਖਪਤਕਾਰ ਮਾਮਲੇ ਲਾਲਚੰਦ ਕਟਾਰੂ ਚੱਕ ਜੀ ਦਾ, ਨਾਲ ਹੀ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਵਿਰਿੰਦਰ ਕੁਮਾਰ ਜੀ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਅਸੀਂ ਇੱਕ ਬਹੁਤ ਹੀ ਅਹਿਮ ਖੁਲਾਸਾ ਪੰਜਾਬ ਦਾ ਕਰਨਾ ਹੈ ਜਿਹਦੇ ਬਾਰੇ ਅਸੀਂ ਪਹਿਲਾਂ ਵੀ ਕਈ ਵਾਰ ਆਵਾਜ਼ ਚੱਕ ਚੁੱਕੇ ਹਾਂ, ਪਰ ਕੁਝ ਮਜਬੂਰੀਆਂ ਹੁੰਦੀਆਂ ਨੇ, ਸਰਕਾਰਾਂ ਦੇ ਟਾਈਮ ਹੁੰਦੇ ਨੇ ਜਿਨ੍ਹਾਂ ਕਰਕੇ ਉਹ ਸਾਨੂੰ ਸਾਡੀ ਆਵਾਜ਼ ਨੂੰ ਉੱਠਣ ਨਹੀਂ ਦਿੰਦੇ, ਦਬਾ ਕੇ ਰੱਖਦੇ ਨੇ। ਅਸੀਂ ਜੀ, ਮੈਂ ਗੁਰਪ੍ਰੀਤ ਸਿੰਘ, ਅਸੀਂ ਸਾਰੇ ਜੋ ਬੈਠੇ ਹਾਂ, ਅਸੀਂ ਪੰਜਾਬ ਦੇ ਵਿੱਚ ਜੋ ਅਨਾਜ ਆਉਂਦਾ ਮੰਡੀਆਂ ਦੇ ਵਿੱਚ ਉਸ ਦੇ ਠੇਕੇਦਾਰਾਂ ਲੇਬਰ ਤੇ ਟਰਾਂਸਪੋਰਟ ਦੇ ਉਹਦੇ 'ਚ ਅਲੱਗ-ਅਲੱਗ 3-4 ਕੈਟਾਗਰੀਆਂ 'ਚ ਅਲੱਗ-ਅਲੱਗ ਟੈਂਡਰ ਪੈਂਦੇ ਨੇ, ਉਹਨਾਂ ਦਾ ਸਾਰਾ ਅਸੀਂ ਕੰਮ ਕਰਦੇ ਹਾਂ, ਜੋ ਕਿ ਪਿਛਲੇ 40-50 ਸਾਲਾਂ ਤੋਂ ਵੀ ਲੋਕ ਕੰਮ ਕਰਦੇ ਨੇ, 20-30 ਸਾਲ ਤੋਂ ਵੀ ਕਰਦੇ ਨੇ। ਐਸਾ ਸਮਾਂ, ਐਸਾ ਹਨੇਰਾ ਸਮਾਂ ਕਦੇ ਨਹੀਂ ਆਇਆ ਜੋ ਪਿਛਲੇ 3 ਸਾਲ ਤੋਂ ਆਇਆ ਸਾਡੀ ਲਾਈਨ ਦੇ ਵਿੱਚ। ਇਹ ਲਾ ਲਓ ਜੀ, 17 ਦੇ ਵਿੱਚ ਕਾਂਗਰਸ ਸਰਕਾਰ ਬਣੀ, 17, 18, 19 ਕੋਈ ਦਿੱਕਤ ਨਹੀਂ, ਬਿਨਾਂ ਐਕਸਪੀਰੀਅੰਸ ਦੇ ਕੋਈ ਵੀ ਪਾਰਟੀਸਪੇਟ ਕਰ ਸਕਦਾ ਸੀ, ਹਰੇਕ ਬੰਦਾ ਟੈਂਡਰ ਲੈ ਸਕਦਾ ਸੀ। ਤੇ 20 ਦੇ ਵਿੱਚ ਪਤਾ ਨਹੀਂ ਕੀ ਕਰਿਸ਼ਮਾ ਹੋਇਆ, ਕੀ ਤਰੀਕਾ ਹੋਇਆ, ਕਿਸੇ ਨੇ ਕੀ ਸੈਟਿੰਗ ਕੀਤੀ, ਕੀ ਗੱਲ ਕੀਤੀ। ਉੱਥੇ ਨਾ ਮਾਨਯੋਗ ਮੰਤਰੀ ਸਾਹਿਬ ਭਾਰਤ ਭੂਸ਼ਣ ਆਸ਼ੂ ਜੀ ਦਾ ਨਾਮ ਆਉਂਦਾ, ਸਾਨੂੰ ਅਫਸਰ ਕਹਿੰਦੇ ਆ ਵੀ ਮੰਤਰੀ ਸਾਹਿਬ ਜੋ ਕਰਵਾ ਰਹੇ ਆ ਸਾਨੂੰ ਤਾਂ ਉਹ ਕਰਨਾ ਪੈਣਾ, ਸਾਡੇ ਹੱਥ ਤੋਂ ਬਾਹਰ ਹੈ। ਆਰ.ਕੇ. ਸਿੰਗਲਾ ਜੀ ਨੇ ਮਿਲ ਕੇ ਇੱਕ ਸਪੈਸ਼ਲ ਡਿਪਟੀ ਡਾਇਰੈਕਟਰ ਪਨਗ੍ਰੇਨ ਦੇ ਵਿੱਚ ਉਹਨਾਂ ਨੇ ਸਪੈਸ਼ਲ ਪਾਲਿਸੀ ਬਣਾਈ ਆਪਣੇ ਚਹੇਤਿਆਂ ਲਈ, ਸਿਲੈਕਟਿਵ ਪਰਸਨ ਹੀ ਉਹਦੇ ਵਿੱਚ ਪਾਰਟੀਸਪੇਟ ਕਰ ਸਕਣ। ਫੋਰ ਐਗਜ਼ਾਮਪਲ ਅਸੀਂ 19-20 ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਸੀ, ਮੈਂ ਮੁੱਲਾਂਪੁਰ ਦਾਖਾ ਕੰਮ ਕੀਤਾ ਲੁਧਿਆਣੇ ਦੇ ਵਿੱਚ, ਜਿਹੜਾ ਕੰਮ ਹੋਇਆ ਮੇਰਾ ਪੂਰੇ ਕਲਸਟਰ ਦਾ 2.25 ਕਰੋੜ ਦਾ, ਮੈਨੂੰ ਪਾਰਟੀਸਪੇਟ ਤੋਂ ਬਾਹਰ ਕਰਨ ਦੇ ਲਈ ਉਸ ਕਲਸਟਰ ਦੀ ਮੰਗ 4 ਕਰੋੜ ਦੀ ਕਰ ਦਿੱਤੀ ਗਈ। ਇੱਦਾਂ ਹੀ ਨਵਾਂ ਸ਼ਹਿਰ ਹੋਇਆ, ਸੁਰੇਸ਼ ਕੁਮਾਰ ਸੀਗਾ, ਉਸਨੇ ਸਾਰਾ ਕੰਮ ਘੱਟ ਰੇਟ ਤੇ ਸਿਰਫ 41 ਲੱਖ ਕੁਛ ਹਜ਼ਾਰ 'ਚ ਕੀਤਾ, ਜੋ ਇਹਦੇ ਕੋਲ ਐਕਸਪੀਰੀਅੰਸ ਸਰਟੀਫਿਕੇਟ ਮੇਰੇ ਕੋਲ ਹੈ, ਮੈਂ ਤੁਹਾਨੂੰ ਦਿਖਾਉਣਾ ਹੈ। ਤੇ ਉਹਦੇ ਕਲਸਟਰ ਦੀ ਡਿਮਾਂਡ 3 ਕਰੋੜ ਦੀ ਕਰ ਦਿੱਤੀ ਗਈ। ਪਹਿਲਾਂ ਤਾਂ ਇਹਨਾਂ ਨੇ ਬੜੀ ਪਲਾਨਿੰਗ ਦੇ ਨਾਲ ਇੱਕ ਪਾਲਿਸੀ ਬਣਾਈ, ਪਾਲਿਸੀ ਨੂੰ ਡਿਸਟ੍ਰਿਕਟ ਲੈਵਲ ਕਮੇਟੀ ਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਇੰਪਲੀਮੈਂਟ ਕੀਤਾ। ਜਿਹੜਾ ਕੰਪੀਟੀਸ਼ਨ ਸੀ ਉਹ ਨੈਰੋ ਕਰ ਦਿੱਤਾ ਗਿਆ, ਟੈਂਡਰਾਂ ਦੇ ਵਿੱਚੋਂ ਸਾਰੇ ਠੇਕੇਦਾਰਾਂ ਨੂੰ ਬਾਹਰ ਕਰ ਦਿੱਤਾ। ਜਿਹੜੇ ਉਸ ਤੋਂ ਬਾਅਦ ਵੀ 2-4 ਕੁਝ ਬਚੇ ਆ, ਉਹਨਾਂ ਨੂੰ ਤਕਲੀਫਾਂ ਦੇ ਕੇ, ਜਾਣ ਬੁੱਝ ਕੇ, ਡਰਾ ਧਮਕਾ ਕੇ ਉਹਨਾਂ ਦੇ ਟੈਂਡਰ ਕੈਂਸਲ ਕਰ ਦਿੱਤੇ ਜਾਂਦੇ ਸੀ। ਤੇ ਇਹਨਾਂ ਨੇ ਆਪਣੇ ਜਿਹੜੇ ਸਿਲੈਕਟਿਵ ਪਰਸਨ ਸੀ, ਤਕਰੀਬਨ 4-5 ਗਰੁੱਪ ਹੈ ਜੋ ਪੂਰੇ ਪੰਜਾਬ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨਾਲ 5-5, 7-7 ਹਰ ਗਰੁੱਪ ਨਾਲ ਕੰਟਰੈਕਟਰ ਐਸੋਸੀਏਟ ਹੈ। ਉਹਨਾਂ ਨੇ ਹੀ ਪੰਜਾਬ ਦੇ ਵਿੱਚੋਂ ਇਹ ਸਾਰਾ 25-75 ਦਾ ਜੋ ਖੇਡ ਸੀਗਾ ਉਹਨੂੰ ਪੂਰਾ ਕੀਤਾ, ਉਹ ਪੈਸੇ ਪਹੁੰਚਾਏ ਉਹਨਾਂ ਨੇ ਅੱਗੇ ਕੈਸ਼ ਦੇ ਵਿੱਚ ਲੈ ਕੇ। ਇਹਨਾਂ ਨੇ ਸਾਡੇ ਵਰਗੇ ਆਮ ਜੋ ਬੰਦੇ ਕੰਮ ਕਰਦੇ ਸੀਗੇ ਉਹਨਾਂ ਸਾਰਿਆਂ ਨੂੰ ਬਾਹਰ ਕਰ ਦਿੱਤਾ ਅਫਸਰਾਂ ਦੀ ਮਿਲੀ ਭੁਗਤ ਨਾਲ ਤੇ ਪਾਲਿਸੀ ਕਰਕੇ। ਇਹ ਜੀ ਲਗਾਤਾਰ 3 ਸਾਲ ਤੋਂ ਚੱਲ ਰਿਹਾ, 20, 21, 22, 20 ਤੋਂ ਸ਼ੁਰੂ ਹੋਇਆ। 21 ਦੇ ਵਿੱਚ ਇਹਨਾਂ ਨੇ ਟੈਂਡਰ ਕਰੋਨਾ ਦਾ ਬਹਾਨਾ ਲਾ ਕੇ ਜਾਣ ਕੇ ਐਕਸਟੈਂਡ ਕਰ ਦਿੱਤੇ। ਕੀਤੇ ਕਦੋਂ? ਜੁਲਾਈ ਔਰ ਅਗਸਤ 'ਚ, ਜਦੋਂ ਕਿ ਆਪਾਂ ਸਾਰੇ ਜਾਣੂ ਆ ਜੁਲਾਈ ਅਗਸਤ ਵਿੱਚ ਕੋਈ ਕਰੋਨਾ ਨਹੀਂ ਸੀਗਾ, ਦਸੰਬਰ ਤੱਕ ਉਹ ਐਕਸਟੈਂਡ ਕਰਕੇ ਲੈ ਗਏ। ਤੀਜਾ ਸਾਲ ਆ ਗਿਆ, ਲਾਸਟ ਵਿੱਚ ਸਰ 21 ਦੇ ਦਸੰਬਰ ਦੇ ਵਿੱਚ ਟੈਂਡਰ ਕਾਲ ਕਰ ਦਿੱਤੇ ਗਏ। ਚੋਣ ਜ਼ਾਬਤੇ ਦੇ ਲਾਸਟ ਵਾਲੇ ਦਿਨ ਟੈਂਡਰ ਫਾਈਨਲ ਕਰ ਗਏ। ਜਿਹੜਾ 22-23 ਸਾਲ ਚੱਲ ਰਿਹਾ ਇਹਦੇ ਟੈਂਡਰ ਤੀਜੇ ਸਾਲ ਫੇਰ ਫਾਈਨਲ ਕਰ ਗਏ, ਉੱਤੋਂ ਫੇਰ ਹਿੱਸਾ ਲੈ ਕੇ ਕੋਈ ਸੁਣਵਾਈ ਨਹੀਂ ਹੋਈ। ਹੁਣ ਉਸ ਤੋਂ ਬਾਅਦ ਇਲੈਕਸ਼ਨ ਆ ਗਿਆ, ਸਾਨੂੰ ਵੀ ਥੋੜ੍ਹੀ ਆਸ ਸੀ ਵੀ ਦੇਖੋ ਸ਼ਾਇਦ ਕੋਈ ਨਵੀਂ ਸਰਕਾਰ ਆਏਗੀ, ਕਿਸ ਤਰ੍ਹਾਂ ਕੋਈ ਕੰਮ ਕਰੇਗੀ। ਦੇਖੋ ਅਸੀਂ 2 ਮਾਰਚ ਨੂੰ ਸਰ ਆਪਣੀ ਕੰਪਲੇਂਟ ਵਿਜੀਲੈਂਸ ਬਿਊਰੋ ਪੰਜਾਬ ਨੂੰ ਦਿੱਤੀ ਮੋਹਾਲੀ ਦੇ ਵਿੱਚ। ਨਾਲ ਇਹਦੇ 'ਚ ਕੁਝ SLC ਰਿਪੋਰਟਸ ਲੱਗੀ ਹੋਈ ਆ, ਸਟੇਟ ਲੈਵਲ ਕਮੇਟੀ, ਜਿਹੜੀਆਂ ਕਿ ਕਹਿੰਦੀਆਂ ਨੇ 43 ਕਲਸਟਰਾਂ ਦੇ ਵਿੱਚ 100% ਇਨਕਰੀਜ਼ ਦਿੱਤੀ ਗਈ। ਤੁਸੀਂ ਸਾਰੇ, ਇਹ IAS ਅਫਸਰਾਂ ਦੀ ਰਿਪੋਰਟ ਹੈ,
43 ਕਲਸਟਰਾਂ ਦੀ ਇਨਕਰੀਜ਼ ਦਿੱਤੀ ਗਈ 100%। ਤੁਸੀਂ ਸਾਰੇ ਜਾਣੋ ਇੱਕ ਸਾਲ ਦੇ ਵਿੱਚ ਐਜ਼ ਪਰ ਇੰਡੀਅਨ ਰੂਲ, ਐਜ਼ ਪਰ ਸੁਪਰੀਮ ਕੋਰਟ ਦੀ ਗਾਈਡਲਾਈਨਸ, ਕਿਸੇ ਵੀ ਸਾਲ ਦੇ ਵਿੱਚ ਕਮੋਡਿਟੀ ਦੇ ਹਿਸਾਬ ਨਾਲ ਹੀ ਆਪਾਂ ਉਸ ਚੀਜ਼ ਦੇ ਵਿੱਚ ਇਨਕਰੀਜ਼ ਦੇ ਸਕਦੇ ਹਾਂ। ਮਨਮਰਜ਼ੀ ਦੀ ਇੱਕੋ ਟਾਈਮ ਨਹੀਂ ਦੇ ਸਕਦੇ 100%। ਕਿਸੇ 'ਚ 80 ਮਿਲੀ ਆ, ਉਹ ਅਲੱਗ ਹੈ। 43 ਕਲਸਟਰ ਜੋ ਰਿਪੋਰਟ ਹੈ ਅਸੀਂ ਇਹ ਇੱਥੇ ਪੇਸ਼ ਕੀਤੀ। ਉਸ ਤੋਂ ਬਾਅਦ ਅਸੀਂ ਕਈ ਜਗ੍ਹਾ ਮਿਲੇ, ਚਲੋ ਟਾਈਮ ਥੋੜ੍ਹਾ ਹੀ ਸੀਗਾ। 16/5 ਨੂੰ ਅਸੀਂ ਮਾਨ ਸਾਹਿਬ ਨੂੰ ਮਿਲੇ। ਮਿਲਣੀ ਦੇ ਵਿੱਚ ਜਦੋਂ ਕਿ ਅਸੀਂ ਸ਼ਡਿਊਲ 'ਚ ਵੀ ਨਹੀਂ ਸੀ, ਚਲੋ ਸਾਨੂੰ ਫਿਰ ਵੀ ਸਮਾਂ ਮਿਲ ਗਿਆ, ਕਾਬਿਲੇ ਤਾਰੀਫ ਹੈ ਉਹਨਾਂ ਦੀ ਗੱਲ। ਤੇ ਉਹਨਾਂ ਨੇ ਸਾਡੀ ਜਿਹੜੀ ਗੱਲ ਸੀ ਅੱਛੇ ਢੰਗ ਨਾਲ ਸੁਣੀ। ਤੇ ਉੱਥੇ ਸਾਡੇ ਡਿਪਾਰਟਮੈਂਟ ਦੇ ਚੀਫ ਸੈਕਟਰੀ ਸਾਹਿਬ ਬੈਠੇ ਸੀਗੇ, ਗੁਰਕੀਰਤ ਕਿਰਪਾਲ ਜੀ, ਉਹਨਾਂ ਨੇ ਪੁੱਛਿਆ ਤੇ ਸਾਡੀ ਗੱਲ ਪਨਗ੍ਰੇਨ ਭਵਨ ਆ ਗਈ। ਉੱਥੇ ਸਾਨੂੰ 2 ਜੂਨ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ। 2 ਜੂਨ ਨੂੰ ਕੁਦਰਤੀ ਡਾਇਰੈਕਟਰ ਸਾਹਿਬ ਕਿਸੇ ਕੋਰਟ ਕੇਸ ਦੇ ਵਿੱਚ ਬਿਜੀ ਸੀ, ਉਹ ਨਹੀਂ ਮਿਲ ਪਾਏ। ਉਸ ਤੋਂ ਬਾਅਦ ਸਾਨੂੰ ਉੱਥੇ ਸਾਡੇ ਮੰਤਰੀ ਹੈ ਲਾਲਚੰਦ ਕਟਾਰੂ ਚੱਕ ਜੀ, ਸਾਡੇ ਡਿਪਾਰਟਮੈਂਟ ਦੇ, ਉਹਨਾਂ ਨਾਲ ਮਿਲਣਾ ਹੋਇਆ। ਉਹਨਾਂ ਨੇ ਸਾਡੇ ਨਾਲ, ਸਾਡੀਆਂ ਫੋਟੋਆਂ ਨੇ, ਉਹਨਾਂ ਨੇ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ ਦੇ ਉੱਤੇ 2 ਜੂਨ ਵਾਲੇ ਦਿਨ ਪਾਇਆ ਹੈ। ਉਹਦੇ ਵਿੱਚ ਉਹ ਲਿਖਦੇ ਆ, ਪੰਜਾਬ ਦੇ ਠੇਕੇਦਾਰਾਂ ਨਾਲ ਸੰਬੰਧਿਤ ਮੁਸ਼ਕਲਾਂ ਦੱਸੀਆਂ, ਅੱਜ ਜੋ ਮਿਲੇ, ਰਿਵਾਇਤੀ ਪਾਰਟੀਆਂ ਸਮੇਂ ਹੋਏ ਟੈਂਡਰ ਘੁਟਾਲੇ ਬਾਰੇ ਚਰਚਾ ਕੀਤੀ, ਕਿਵੇਂ ਇਹਨਾਂ ਪਾਰਟੀਆਂ ਨੇ ਆਪਣੇ ਚੇਤਿਆਂ ਰਾਹੀਂ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲਗਾਇਆ, ਨਾਲ ਹੀ ਭਰੋਸਾ ਦਿੱਤਾ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਵਾਰ ਟੈਂਡਰ 100% ਪਾਰਦਰਸ਼ਤਾ ਨਾਲ ਦਿੱਤੇ ਜਾਣਗੇ। ਇਹ ਪਾਰਟ ਹੋ ਗਿਆ ਜੀ। ਆਹ ਦੇਖੋ ਜੀ, ਦਸੰਬਰ 'ਚ ਮੇਰੇ ਕੋਲ 3 ਜ਼ਿਲ੍ਹੇ ਨੇ। ਟੈਂਡਰ ਦੇ 2 ਪਾਰਟ ਹੁੰਦੇ ਨੇ। ਇੱਕ ਸੁਸਾਇਟੀਆਂ ਨੇ ਵੀ ਜੋ ਲੇਬਰ ਦੀਆਂ ਹੁੰਦੀਆਂ ਨੇ, ਉਹਨਾਂ ਨੇ ਪਾਰਟਿਸਿਪੇਟ ਕਰਨਾ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹਨਾਂ ਨੇ ਬੇਸਿਕ ਰੇਟ ਤੇ ਪੈਸੇ ਮਿਲਣੇ ਹੁੰਦੇ। ਬੇਸਿਕ ਰੇਟ ਮਤਲਬ ਜੋ ਸਰਕਾਰ ਦਾ ਤੈਅ ਸ਼ਡਿਊਲ ਹੈ। ਮੰਨ ਲਓ ਇੱਕ ਬੋਰੀ ਚੱਕਣ ਦੇ 2 ਰੁਪਏ ਮਿਲਦੇ ਆ ਤਾਂ 2 ਹੀ ਮਿਲਣੇ ਆ, ਨਾ 1 ਰੁਪਏ 99 ਪੈਸੇ, ਨਾ 2 ਰੁਪਏ 1 ਪੈਸੇ। ਇਹ 3 ਜ਼ਿਲ੍ਹਿਆਂ ਦੀ ਮੇਰੇ ਕੋਲ ਰਿਪੋਰਟ ਹੈ। ਹੋਰ ਪੂਰੇ ਪੰਜਾਬ 'ਚ ਵੀ ਸਾਡੀ ਜਾਣਕਾਰੀ ਮੁਤਾਬਕ ਸਿਰਫ 3 ਸੁਸਾਇਟੀਆਂ ਨੂੰ ਟੈਂਡਰ ਮਿਲੇ ਆ, ਸਾਰੇ ਟੈਂਡਰ ਰਿਜੈਕਟ ਕਰ ਦਿੱਤੇ ਗਏ। ਇਸ ਤੋਂ ਬਾਅਦ ਟੈਂਡਰ ਰੀਕਾਲ ਕਰਕੇ ਠੇਕੇਦਾਰਾਂ ਨੂੰ, ਜਿਹੜੇ ਇਹਨਾਂ ਦੇ ਖਾਸ ਸੀਗੇ, ਉਹਨਾਂ ਨੂੰ 75% ਦੇ ਆਸ-ਪਾਸ, 70 ਦੇ ਵਿੱਚ, 75 ਦੇ ਵਿੱਚ ASOR ਦਿੱਤਾ ਗਿਆ। ਯਾਨੀ ਕਿ 2 ਰੁਪਏ ਤੇ 75-70% ਲਾ ਲਓ ਤੁਸੀਂ, 1 ਰੁਪਏ 40-50 ਪੈਸੇ ਐਕਸਟਰਾ ਦਿੱਤੇ, ਜਿਹਦੇ ਵਿੱਚ ਇਹਨਾਂ ਨੇ 75-25 ਦੀ ਖੇਡ ਖੇਡੀ। ਆ 2020 ਦੇ ਵਿੱਚ ਸਰ ਇੱਕ ਮਾਣਯੋਗ MLA ਸਾਹਿਬ, ਮੰਤਰੀ ਸਾਹਿਬ ਨੂੰ ਲਿਖਦੇ ਆ, ਮੇਰੇ ਫਲਾਣੇ ਬੰਦੇ ਨੂੰ ਟੈਂਡਰ ਦਿੱਤਾ ਜਾਵੇ ਜਿਸ ਦਾ ਨਾਮ ਤੇ ਫ਼ੋਨ ਨੰਬਰ ਨਾਲ ਐਡ ਹੈ। ਇਹ ਇੱਕ ਤਰੀਕਾ ਸੀਗਾ ਜੋ ਸਾਡੇ ਹੱਥ ਲੱਗਿਆ ਸੀ, ਉਹ ਤੁਹਾਨੂੰ ਦੱਸਣਾ ਚਾਹੁੰਦੇ ਆ। ਆ ਦਸੰਬਰ ਦੇ ਵਿੱਚ ਅਸੀਂ ਟੈਂਡਰ ਲੈਂਦੇ ਹਾਂ, ਸਾਨੂੰ ਪਾਰਟਿਸਿਪੇਟ ਕਰਨ ਲਈ ਨੋ ਡਿਊ ਸਰਟੀਫਿਕੇਟ ਲੈਣਾ ਹੁੰਦਾ, NDC ਤੇ ਐਕਸਪੀਰੀਅੰਸ ਸਰਟੀਫਿਕੇਟ। ਜਿਹੜੇ ਕੁਝ ਲੋਕ ਬਚੇ ਵੀ ਹੈ ਕੰਪੀਟੀਸ਼ਨ ਦੇਣ ਲਈ, ਉਹਨਾਂ ਨੂੰ ਰਾਸਤੇ ਵਿੱਚੋਂ ਰੋਕਣ ਲਈ ਸਪੈਸ਼ਲੀ ਨਾ ਤਾਂ ਉਹਨਾਂ ਨੂੰ NDC ਦਿੱਤੇ ਗਏ, ਨਾ ਹੀ ਐਕਸਪੀਰੀਅੰਸ ਸਰਟੀਫਿਕੇਟ ਦਿੱਤੇ ਗਏ। 6 ਡਿਪਾਰਟਮੈਂਟ ਤੋਂ NDC ਲੈਣਾ ਹੁੰਦਾ, 5 ਤੋਂ ਮਿਲ ਜਾਂਦਾ ਸੀ, 1 ਤੇ ਨਹੀਂ ਸੀ ਮਿਲਦਾ, ਤਾਂ ਕਿ ਉਹਦਾ 6 ਦੇ 6 ਪੂਰੇ ਨਾ ਹੋਣ ਤੇ ਉਹਨੂੰ ਟੈਕਨੀਕਲੀ ਟੈਂਡਰ 'ਚੋਂ ਫੇਲ ਕਰ ਦਿੱਤਾ ਜਾਵੇ ਜਾਂ ਉਹ ਪਾਰਟਿਸਿਪੇਟ ਨਾ ਕਰੇ। ਇਹ ਅਸੀਂ ਅਨਾਜ ਭਵਨ ਤੱਕ ਵੀ ਗੱਲ ਕੀਤੀ ਹੈ, FCI ਤੱਕ ਵੀ ਗੱਲ ਕੀਤੀ ਹੈ। ਇਹ ਸਾਰੀਆਂ ਉਹਨਾਂ ਦੀਆਂ ਚੈਟਸ ਨੇ। ਆਹ ਮੈਂ ਜੋ ਤੁਹਾਨੂੰ ਨਵਾਂ ਸ਼ਹਿਰ ਦਾ ਦੱਸਿਆ, ਉਹਦਾ ਹੈ ਜੀ, ਆਹ 2020 ਦੇ ਵਿੱਚ 3 ਕਰੋੜ ਦੀ ਡਿਮਾਂਡ ਕੀਤੀ ਗਈ ਆ। ਆਹ ਉਸ ਬੰਦੇ ਦੇ ਐਕਸਪੀਰੀਅੰਸ ਸਰਟੀਫਿਕੇਟ ਨੇ ਜੋ ਕਿ 41 ਲੱਖ ਪਲੱਸ ਦੇ ਨੇ। ਇਹ ਡਿਪਾਰਟਮੈਂਟਸ ਦੇ ਬਣੇ ਹੋਏ ਨੇ, ਮੇਰੇ ਨਹੀਂ ਬਣਾਏ ਹੋਏ, ਉਹਨਾਂ ਦੇ ਸਾਈਨ ਨੇ। ਹੁਣ ਅਸੀਂ ਲਾਸਟਲੀ ਸਰ, ਕੱਲ੍ਹ ਅਸੀਂ ਪਨਗ੍ਰੇਨ ਅਨਾਜ ਭਵਨ ਜਾ ਕੇ ਦੇ ਕੇ ਆਏ ਹਾਂ ਆਪਣੀ ਰਿਪਰੈਜ਼ੈਂਟੇਸ਼ਨ। ਅਸੀਂ ਇਹਦੇ ਵਿੱਚ ਮੰਗ ਕੀਤੀ ਹੈ ਕਿ ਇਹ ਸਾਰੇ ਟੈਂਡਰ ਕਾਲੇ ਟੈਂਡਰ ਨੇ, ਇਹਨਾਂ ਦੇ ਵਿੱਚ ਕਰਪਸ਼ਨ ਦਾ ਸਾਇਆ ਹੈ, ਇਹਨਾਂ ਨੂੰ ਕੈਂਸਲ ਕੀਤਾ ਜਾਵੇ। ਨਵੀਂ ਪਾਲਿਸੀ ਬਣਾਈ ਜਾਵੇ ਜਲਦ ਤੋਂ ਜਲਦ, ਮਹੀਨੇ 2 ਮਹੀਨੇ ਦੇ ਵਿੱਚ, ਝੋਨੇ ਤੋਂ ਪਹਿਲਾਂ, ਜੋ ਕਿ ਸਰਕਾਰ ਦਾ ਲਕਸ਼ ਵੀ ਹੈ ਤੇ ਆਮ ਲੋਕਾਂ ਲਈ ਸਰਕਾਰ ਦਾ ਕੰਮ ਹੁੰਦਾ ਆਮ ਲੋਕਾਂ ਲਈ ਕੰਮ ਕਰਨਾ, ਲੋਕਾਂ ਨੂੰ ਰੁਜ਼ਗਾਰ ਮਿਲ ਸਕੇ, ਸਮਾਨ ਮੌਕੇ ਮਿਲ ਸਕਣ, ਪਾਰਦਰਸ਼ੀ ਪਾਲਿਸੀ ਹੋਵੇ, ਉਹਦੇ ਮੁਤਾਬਕ ਟੈਂਡਰ ਰੀਕਾਲ ਕੀਤੇ ਜਾਣ, ਜੋ ਅਸੀਂ ਕੱਲ੍ਹ ਦਿੱਤਾ ਹੈ। ਸਾਡਾ ਇਹ ਸਾਰਾ ਕਹਿਣਾ ਹੈ। ਇਹਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਤਾਂ 2500 ਕਰੋੜ ਦਾ ਨੁਕਸਾਨ ਹੋਇਆ, ਆਮ ਵਰਗ ਨੂੰ ਰੁਜ਼ਗਾਰ ਤੋਂ ਵੀ ਵਾਂਝਾ ਕਰ ਦਿੱਤਾ ਗਿਆ, ਜਿਹਦੇ ਨਾਲ ਉਹਦੇ ਘਰ ਦਾ ਖਰਚਾ ਚਲਾਉਣਾ ਵੀ ਬਹੁਤ ਮੁਸ਼ਕਿਲ ਹੋ ਗਿਆ, ਸਿਰਫ ਸਪੈਸ਼ਲ ਕੁਝ ਲੋਕਾਂ ਦੇ ਲਈ। ਹੁਣ ਸਾਡੀ ਕੱਲ੍ਹ ਵਿਜੀਲੈਂਸ ਬਿਊਰੋ ਨੇ ਸਾਡੀ ਇਨਕੁਆਇਰੀ ਮਾਰਕ ਕਰ ਦਿੱਤੀ ਹੈ। ਸਾਡੇ 2 ਪਾਰਟ ਮੇਨ ਹੈ, ਇਨਕੁਆਇਰੀ ਹੋਣਾ ਇੱਕ ਪਾਰਟ ਹੈ, ਜੋ ਸਾਡਾ ਕੱਲ੍ਹ ਪੂਰਾ ਹੋ ਗਿਆ। ਉਹਦੇ ਤੇ ਅੱਗੇ ਅਸੀਂ ਚਾਹੁੰਦੇ ਹਾਂ ਵੀ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਸਭ ਦੇ ਸਾਹਮਣੇ ਆ ਜਾਏਗਾ। ਔਨ ਬੁੱਕਸ ਖਰਚੇ ਆਏ ਨੇ, ਸਾਰੇ ਖਰਚੇ ਹੀ ਦੱਸ ਦੇਣਗੇ ਸਰਕਾਰ ਦਾ 19 ਤੋਂ ਬਾਅਦ ਖਰਚਾ ਕਿੰਨਾ ਵਧਿਆ, 19 ਤੋਂ ਬਾਅਦ ਖਰਚਾ ਕਿੰਨਾ ਵਧਿਆ। ਉਸ ਤੋਂ ਬਾਅਦ ਅਸੀਂ ਮੰਗ ਕਰਦੇ ਹਾਂ ਵੀ ਇਹ ਟੈਂਡਰ ਕੈਂਸਲ ਕੀਤੇ ਜਾਣ ਤੇ ਨਵੀਂ ਪਾਲਿਸੀ ਬਣਾ ਕੇ ਰੀਕਾਲ ਕੀਤੇ ਜਾਣ। ਹਾਂਜੀ।
ਜਨਾਬ ਥੋੜਾ ਜਿਹਾ ਸਾਨੂੰ ਟੈਕਨੀਕਲ ਸਮਝਾਓ ਕਿੰਨੇ ਦਾ ਗਿਆ ਕੀ ਨੁਕਸਾਨ ਹੋਇਆ ਥੋੜਾ ਜਿਹਾ ਟੈਕਨੀਕਲ ਸਮਝਾਓ ਤੁਹਾਨੂੰ ਸਮਝ ਨਹੀਂ ਆ ਪਈ ਅਸੀਂ ਸਿੱਧੀ ਸਮਝਾਉਂਦੇ ਆ ਤੁਹਾਨੂੰ। ਇੱਕ 2 ਰੁਪਏ ਦਾ ਕੰਮ 3.5 ਰੁਪਏ ਚ ਕਰਵਾਇਆ ਗਿਆ। ਉਹ ਤਾਂ ਦੇਤਾ 2 ਦਾ 3 ਚ ਵੈਸੇ ਐਕਚੁਅਲ ਅਮਾਉਂਟ ਕੀ ਸੀ ਉਹ ਇਹ ਤਾਂ ਤੁਸੀਂ ਉਦਾਹਰਨ ਦੇ ਰਹੇ ਹੋ ਜਾਂ ਅਸਲੀ ਇਹ ਬੋਰੀ ਦਾ ਬੋਲ ਘੁਟਾਲਾ ਕਿੰਨੇ ਅਮਾਉਂਟ ਦਾ ਲੱਗਦਾ? ਇਹ 2500 ਕਰੋੜ ਦਾ ਹੈ ਜੀ 3 ਸਾਲ ਦੇ ਵਿੱਚ। ਲਗਭਗ ਭਾਜੀ 2500 ਕਰੋੜ ਦਾ ਵੱਧ ਵੀ ਸਕਦਾ ਵੱਧ। ਇਹ ਤਾਂ ਸਾਡਾ ਅੰਦਾਜ਼ਾ ਹੈ। ਇਹਨਾਂ ਨੇ ਕੀ ਕੀਤਾ 22 ਬੰਦਿਆਂ ਦਾ 22 ਬੰਦੇ ਲਗਭਗ ਰਹਿ ਗਏ। ਪਹਿਲਾਂ 5000 ਬੰਦਾ ਸੀ। ਹਾਂਜੀ 22 ਬੰਦਿਆਂ ਦਾ ਗਰੁੱਪ ਇਹਨਾਂ ਦਾ ਜੀ। ਠੀਕ ਹੈ ਜੀ ਆਸ਼ੂ ਮੰਤਰੀ ਜੀ ਨਾਲ, ਠੀਕ ਹੈ ਜੀ। ਰਕੇਸ਼ ਸਿੰਗਲਾ ਜੀ ਇਹਨਾਂ ਦੇ ਵਿੱਚ ਘੜੀ ਹੈ ਪੁਲ, ਠੀਕ ਹੈ ਜੀ। ਇਹਨਾਂ ਨੇ ਪਹਿਲਾਂ ਲੈਟਰ ਦਿੰਦੇ ਵੀ ਜਾਓ ਫਲਾਣੇ ਐਮਐਲਏ ਕੋਲ ਜਾਓ, ਉਹਨਾਂ ਨਾਲ ਸੈਟਿੰਗ ਕਰਕੇ ਆਓ, ਠੀਕ ਹੈ ਜੀ। ਜੇ ਕਰੋੜ ਰੁਪਏ ਦਾ ਮੰਡੀ ਦਾ ਸੌਦਾ ਹੋਇਆ 1 ਕਰੋੜ ਦਾ, ਤਾਂ ਉਹਦੇ ਵਿੱਚ 30 ਲੱਖ ਰੁਪਇਆ ਐਮਐਲਏ ਦਾ, 70 ਲੱਖ ਰੁਪਇਆ ਆਸ਼ੂ ਦਾ, ਅੱਛਾ ਜੀ ਠੀਕ ਹੈ। ਉਹਨਾਂ ਜਿਹੜੇ 5 ਗਰੁੱਪ ਹੈ ਜੀ, ਉਹਨਾਂ ਵਿੱਚ ਹੈਗਾ ਜੀ ਮੇਨ ਪ੍ਰੇਮ ਮਿੱਤਲ ਜੀ, ਕੋਟਕਪੂਰੇ ਤੋਂ ਜੀ ਪ੍ਰੇਮ ਮਿੱਤਲ ਜੀ, ਇੱਕ ਤੇਲੂ ਰਾਮ ਹੈ ਜੀ, ਰਾਜਦੀਪ ਖੰਨਾ, ਇੱਕ ਰਾਜਦੀਪ ਖੰਨਾ ਜੀ, ਔਰ ਇੱਕ ਸੰਦੀਪ ਭਾਟੀਆ ਜੀ, ਇੱਕ ਵਿੱਕੀ ਜਸਵਿੰਦਰ ਕੁਮਾਰ ਵਿੱਕੀ ਜੀ, ਔਰ ਅਦਰ ਬਣ ਕੇ 22 ਬੰਦੇ ਹੈਗੇ। ਇਹਨਾਂ ਨੇ ਪੂਰਾ ਇਹ ਗੈਂਗ ਬਣਾਇਆ ਹੋਇਆ ਸੀ। ਕਿਸੇ ਹੋਰ ਬੰਦੇ ਦਾ ਨਾ ਇਹ ਟੈਂਡਰ ਖੋਲ੍ਹਣ ਦਿੰਦੇ ਸੀ, ਨਾ ਕਿਸੇ ਨੂੰ ਟੈਂਡਰ ਪਾਉਣ ਦਿੰਦੇ ਸੀ, ਠੀਕ ਹੈ ਭਾਜੀ। ਇਹ ਸਿਰਫ ਬੋਰੀ ਚੱਕਣ ਦਾ ਹੀ ਟੈਂਡਰ ਹੈ ਔਰ ਬੋਰੀ ਔਰ ਢੁਆਈ ਕਾਟੇਜ ਦੀ ਟਰਾਂਸਪੋਰਟ ਹੋਰ ਕਿਸੇ ਚੀਜ਼ ਦਾ ਨਹੀਂ ਹੈ ਲੇਬਰ ਕਾਟੇਜ ਦੋਨਾਂ ਦਾ ਦੋਨਾਂ ਦਾ। ਲੇਬਰ ਕਾਟੇਜ ਤੁਹਾਡੇ ਕੋਲ ਕੋਈ ਸਬੂਤ ਹੈਗੇ? ਅਸੀਂ ਸਾਰੇ ਦਿਖਾਏ ਆ ਸਰ, ਸਾਰੇ ਸਬੂਤ ਹੈ। ਆ ਦਿਖਾ ਲਿਓ ਮੇਰੇ ਕੋਲ ਕੱਲ ਦੇਖਣ ਤੋਂ ਬਾਅਦ ਹੀ ਚੀਫ ਸਾਹਿਬ ਨੇ ਸਾਡੀ ਇਨਕੁਆਇਰੀ ਮਾਰਕ ਕੀਤੀ ਆ। ਉਹਨਾਂ ਨੇ ਪਹਿਲਾਂ ਸਬੂਤ ਦੇਖਿਆ। ਵਿਜੀਲੈਂਸ ਦੇ ਵਿੱਚ ਕੋਈ ਵੀ ਕੰਪਲੇਂਟ ਐਦਾਂ ਨਹੀਂ ਚੱਲਦੀ। ਉਹਦੇ ਤੇ ਕਟਾਰੂ ਚੱਕ ਹੋਰਾਂ ਨੂੰ ਮਿਲੇ, ਉਹਨਾਂ ਨੇ ਕੀ ਭਰੋਸਾ ਦਿੱਤਾ? ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਤੇ ਇਹਦੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ। ਅਸੀਂ ਨਵੀਂ ਪਾਲਿਸੀ ਬਣਾਵਾਂਗੇ, ਅੱਗੇ ਤੋਂ 100% ਦੀ ਪਾਰਦਰਸ਼ਿਤਾ ਦੇ ਨਾਲ ਟੈਂਡਰ ਦਿੱਤੇ ਜਾਣਗੇ। ਕਿਉਂਕਿ ਉਹ 31/12 ਤੱਕ ਭਾਜੀ ਕਰ ਗਏ ਟੈਂਡਰ, ਠੀਕ ਹੈ ਜੀ। 31/12 ਇਸ ਸਾਲ ਦੇ ਕਰ ਗਏ ਟੈਂਡਰ। ਉਹ ਤਾਂ ਆਪਣਾ ਪੂਰਾ ਕੰਮ ਕਰ ਗਏ। ਚੋਣ ਜਾਬਤਾ ਲੱਗਣ ਤੋਂ ਪਹਿਲਾਂ ਟੈਂਡਰ ਕਰਾ ਗਏ ਜੀ। ਅਸੀਂ ਸਰਕਾਰ ਨੂੰ ਇਹ ਦਰਖਾਸਤ ਕੀਤੀ ਸੀ, ਕਟਾਰੂ ਚੱਕ ਜੀ ਨੂੰ ਕੀਤੀ ਸੀ ਵੀ ਪੈਡੀ ਸੀਜ਼ਨ ਤੋਂ ਪਹਿਲੇ ਨਵੇਂ ਟੈਂਡਰ ਕਰਾਏ ਜਾਣ, ਨਵੀਂ ਪਾਲਿਸੀ ਬਣਾਈ ਜਾਵੇ ਕਿ ਹਰ ਆਮ ਬੰਦਾ ਵਿੱਚ ਪਾਰਟਿਸਿਪੇਟ ਕਰ ਸਕੇ। ਇਹ ਮੰਡੀ ਵਾਈਜ਼ ਸੀ ਡਿਸਟ੍ਰਿਕਟ ਵਾਈਜ਼ ਸੀ ਕਿਦਾਂ ਇਹ ਕਲਸਟਰ ਵਾਈਜ਼ ਕਲਸਟਰ ਵਾਈਜ਼ ਸੀ। ਇੱਕ ਡਿਸਟ੍ਰਿਕਟ 'ਚ 10 12 15 ਕਲਸਟਰ 5 7 ਜਿੱਦਾਂ ਦਾ ਡਿਸਟ੍ਰਿਕਟ ਹੈ। ਇਸ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ। ਐਦਾਂ ਇਹਨਾਂ ਨੇ ਪੈਸੇ ਲਏ। ਐਮਐਲਏ ਦਾ ਲੈਟਰ ਲਿਖਿਆ ਭਾਰਤ ਭੂਸ਼ਣ ਆਸ਼ੂ ਜੀ ਨੂੰ, ਵੀ ਛੋਟਾ ਕੰਮ ਹੀ ਨਾ ਕਰੇ। ਇਸ ਤੋਂ ਉੱਪਰ ਕੋਈ ਸਬੂਤ ਨਹੀਂ ਹੋ ਸਕਦਾ ਜੀ। ਨਵੀਂ ਸਰਕਾਰ ਆਉਣ ਤੋਂ ਪਹਿਲੇ ਤੁਸੀਂ ਆਵਾਜ਼ ਚੱਕੀ ਸੀ? ਪਹਿਲਾਂ ਚੱਕੀ ਨੇ, ਕੋਈ ਸੁਣਵਾਈ ਨਹੀਂ ਹੋਈ। ਇੱਥੇ ਕੀਤੀ ਪ੍ਰੈਸ ਕਾਨਫਰੰਸ ਭਾਜੀ 2016 ਅਗਸਤ ਤੋਂ ਚੱਕ ਮਹੀਨੇ। ਰਹੇ ਜੀ। ਸਾਡਾ ਕੰਮ 2016 ਤੋਂ ਖਤਮ ਕਰਤਾ ਜੀ ਸਾਨੂੰ। ਤੇ ਉਸ ਤੋਂ ਪਹਿਲੇ ਤੁਸੀਂ ਕਦੋਂ ਤੋਂ ਲੈ ਰਹੇ ਹੋ ਟੈਂਡਰ ਤੁਸੀਂ ਕਦੋਂ ਤੋਂ ਠੇਕੇ ਲੈ ਰਹੇ ਹੋ ਸਾਨੂੰ ਤਾਂ ਜੀ ਬਹੁਤ ਦੇਰ ਹੋ ਗਈ ਜੀ। ਸਾਡੇ ਬਜ਼ੁਰਗ ਵੀ ਕੰਮ ਕਰਦੇ ਸੀ ਜਦ ਤੋਂ ਇਹ ਫੂਡ ਗ੍ਰੇਨ ਮਹਿਕਮਾ ਬਣਿਆ ਸਾਨੂੰ 69 ਤੋਂ। ਜਦ ਤੇ ਸਾਡੇ ਬਜ਼ੁਰਗ ਕਰਦੇ ਸੀ। 3 4 ਪੁਸਤਾਂ ਹੋ ਗਈਆਂ ਸਾਨੂੰ ਕੰਮ ਕਰਦੇ ਹੁੰਦੇ। ਮੈਂ ਸਰ ਸਾਡੇ ਨਾਲ ਕਿੰਨੇ ਕੁ ਬੰਦੇ ਆ ਜਿਹੜੇ ਇਹ ਕੰਮ ਕਰਦੇ ਸੀ ਸਾਡੇ ਨਾਲ 5000 ਬੰਦੇ ਵਿੱਚੋਂ ਸਿਰਫ 22 ਬੰਦਿਆਂ ਕੋਲ ਕੰਮ ਹੈ, ਬਾਕੀ ਸਾਰੇ ਸਾਡੇ ਨਾਲ ਹੀ। ਚੋਰੀ ਤੁਹਾਨੂੰ ਮਿਲਣ ਦੀ ਮਰਜ਼ੀ। ਹਾਂਜੀ ਬਹੁਤ ਜ਼ਿਆਦਾ ਸਰ ਲਗਭਗ 40% 50% ਲਗਭਗ 40 ਤੋਂ 50% ਸਾਡੇ ਰੇਟ ਘੱਟ ਨੇ। ਜਿਹੜਾ 4 ਰੁਪਏ 'ਚ ਕੰਮ ਕਰਦੇ ਸੀ, ਅਸੀਂ 1.5 ਰੁਪਏ 'ਚ ਕੰਮ ਕਰਨ ਲਈ ਤਿਆਰ ਸੀ। ਇਹਨਾਂ ਨੂੰ ਦਿੱਤੇ ਗਏ ਜੀ। ਔਰ ਅੱਜ ਵੀ ਕਰਨ ਲਈ ਤਿਆਰ ਹਾਂ। ਇਹੀ ਖਜ਼ਾਨੇ ਦੀ ਲੁੱਟ ਹੈ। ਅੱਜ ਵੀ ਕਰਨ ਲਈ ਤਿਆਰ ਹਾਂ। ਇਹ ਪੈਸਾ ਸਰਕਾਰ ਵੱਲੋਂ ਆਣਾ ਸਰਕਾਰ ਵੱਲੋਂ ਜੀ। ਸਰਕਾਰ ਵੱਲੋਂ ਸਰ ਸਰਕਾਰੀ ਟੈਂਡਰ ਪੋਰਟਲ ਹੈ। ਤੋਂ ਆਣਾ ਜੀ। ਜੋ ਸਰ ਜ਼ਿਮੀਂਦਾਰ ਮੰਡੀ ਦੇ ਵਿੱਚ ਅਨਾਜ ਲੈ ਕੇ ਆਉਂਦਾ, ਉਹਨੂੰ ਜੋ ਲਿਫਟ ਕਰਕੇ ਗੋਡਾਊਨ ਤੱਕ ਲੈ ਕੇ ਜਾਂਦੇ ਆ, ਉਹ ਸਾਡਾ ਕੰਮ ਹੁੰਦਾ। ਟਰਾਂਸਪੋਰਟ ਐਂਡ ਲੇਬਰ ਤਾਂ ਪੈਸਾ ਸਰਕਾਰ ਦਾ ਹੀ ਹੈ ਨਾ। ਲੇਬਰ ਵੀ ਸਾਡੀ। ਜੀ ਜੀ। ਔਰ ਸਰ ਇਹਨਾਂ ਦਾ ਸਾਰਾ ਕੁਝ ਚੈੱਕ ਕੀਤਾ ਜਾਵੇ। 2020 ਤੋਂ ਪਹਿਲਾਂ ਇਹਨਾਂ ਠੇਕੇਦਾਰਾਂ ਕੋਲ ਕੁਝ ਨਹੀਂ ਸੀ। ਅੱਜ ਇਹ ਕੱਲਾ ਕੋਈ 40 ਕਿੱਲੇ ਜ਼ਮੀਨ ਦੇ ਬਣਾ ਗਏ। ਕਿੱਥੋਂ ਬਣਾ ਗਏ? ਠੀਕ ਹੈ, 4 ਗੱਡੀਆਂ, ਇਨੋਵਾ ਗੱਡੀਆਂ ਨਹੀਂ, ਉਹ ਵੀ ਨਹੀਂ ਵਧੇ। ਉਹ ਤੁਸੀਂ ਟਰੱਕ ਯੂਨੀਅਨ ਤੋਂ ਜਾ ਕੇ ਪਤਾ ਕਰ ਉਹਨਾਂ ਸਕਦੇ ਵਿਚਾਰਿਆਂ ਨੂੰ ਕੀ ਦਿੰਦੇ ਟਰੱਕਾਂ ਨੂੰ? ਸਾਨੂੰ ਟਰੱਕ ਜੇ ਮੈਂ ਲਾਏ ਕਿਸੇ ਦੇ ਠੇਕੇਦਾਰ ਨਾਲ, ਉਹ ਸਾਨੂੰ ਦਿੱਤਾ 2000 ਰੁਪਏ ਕਿਰਾਇਆ ਬਣਦਾ ਕਿੰਨੇ ਦੀ 12000 ਰੁਪਏ। ਇੱਕ ਟਰੱਕ ਆਂਦਾ 20 ਲੱਖ ਦਾ, ਠੀਕ ਹੈ ਜੀ। ਤੇਲ ਕਿੰਨਾ ਮਹਿੰਗਾ, ਅਸੀਂ 2000 ਤੇ ਕੰਮ ਕੀਤਾ 94 ਰੁਪਏ ਉਹ ਕਮਾਉਂਦਾ ਸਾਰੀ ਦਿਨ ਚ 500 ਰੁਪਿਆ। ਇਹ ਕਮਾਰੇ 500 ਟਰੱਕ ਮਗਰ ਜੀ। ਬੋਝਾ ਸਾਡੇ ਬਜ਼ੁਰਗ ਬਾਊ ਜੀ ਠੇਕੇਦਾਰ ਹੈ ਸਭ ਤੋਂ ਵੱਡੇ। ਨਹੀਂ ਪਰ ਇਹ ਜਦੋਂ ਉਹਨਾਂ ਨੂੰ ਦਿੱਤੇ ਤੁਸੀਂ ਟੈਂਡਰ ਸਾਨੂੰ ਤਾਂ ਐਨਓਸੀ ਨਹੀਂ ਦਿੱਤੇ, ਭਰੇ ਵੀ ਅਸੀਂ। ਐਨਡੀਸੀ ਐਕਸਪੀਰੀਅੰਸ ਹੀ ਨਹੀਂ ਦਿੱਤੇ। ਇੱਕ ਬੇਨਤੀ ਕਰਦਾ, ਮੇਰੇ ਕੋਲ 19-20 ਮਲੌਦ ਸੈਂਟਰ ਹੈ ਸਾਡੇ ਹਰਿਆਣਾ ਡਿਸਟ੍ਰਿਕਟ ਵਿੱਚ, ਉਹ ਮੈਂ 7% ਲੈਸ ਕੀਤਾ ਬੇਸ ਰੇਟਾਂ ਤੋਂ। ਬੇਸਿਕ ਰੇਟ ਦਾ ਇੱਕ ਮਿੰਟ ਇਹ ਇਲੀਗਲ ਸੀ ਤਾਂ ਤੁਸੀਂ ਇਹਨੂੰ ਕੋਈ ਚੈਲੰਜ ਨਹੀਂ ਕੀਤਾ ਕੋਰਟ 'ਚ ਜਾ ਕੇ ਬੜਾ ਕੁਝ ਸਰ 100% ਕੀਤਾ। ਉਹ ਕੋਡ ਦੇ ਵਿੱਚ ਹੁੰਦਾ, ਤੁਹਾਨੂੰ ਪਤਾ ਹੈ ਟੈਕਨੀਕਲ ਕਈ ਗੱਲ। ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ ਮੇਰੀ ਪੰਚ ਕਿਸੇ ਨੇ ਕੁਝ ਨਹੀਂ ਪੁੱਛਿਆ ਜੀ। ਮੈਂ ਹੁਣ ਤੁਹਾਨੂੰ ਰੇਟ ਦੱਸਣਾ ਸਰ, 7% ਲੈਸ ਕੀਤਾ ਕੰਮ ਹੈ।
ਉਹ ਰੇਟ 119 ਦੇ ਦਿੱਤਾ 2021 ਸਰਕਾਰ ਨੇ। ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਤੁਸੀਂ ਮੇਰੇ ਸਰ ਕੋਰਟ ਜਾ ਹੀ ਨਹੀਂ ਸਕਦੇ, ਜੋ ਕਹਿੰਦੇ ਪਹਿਲਾਂ ਡਾਇਰੈਕਟਰ ਸਾਹਿਬ ਕੋਲ ਆਓ ਫਿਰ ਸੈਕਟਰੀ ਸਾਹਿਬ ਕੋਲ ਜਾਓ, ਜਾਂ ਸਾਰੇ ਮੁੱਕ ਜਾਨੂੰ ਸਾਲ ਮੁੱਕ ਜਾਂਦਾ ਵਿੱਚੋਂ ਹੀ ਕੱਢਦੇ ਫੂਡ ਅਪੀਲ ਪਾਉਣ ਦਾ ਟਾਈਮ ਹੈ ਜੀ ਉਹਨਾਂ ਨੇ। ਤੁਹਾਨੂੰ ਕੋਈ ਇਤਰਾਜ਼ ਹੈ? ਪਹਿਲੀ ਅਪੀਲ ਤੁਸੀਂ ਡਾਇਰੈਕਟਰ ਦੇ ਪਾਓਗੇ, ਦੂਸਰੀ ਅਪੀਲ ਤੁਸੀਂ ਸੈਕਟਰੀ ਸਾਹਿਬ ਦੇ ਪਾਓਗੇ, ਤੀਸਰਾ ਤੁਸੀਂ ਹਾਈ ਕੋਰਟ ਜਾਓਗੇ, ਜਾਨੂੰ ਸਾਲ ਪੂਰਾ ਹੋ ਜਾਂਦਾ। ਪੂਰਾ ਤੁਹਾਨੂੰ ਜਾਣ ਜੋਗਾ ਛੱਡਦੇ ਨਹੀਂ। ਐਕਸ਼ਨ ਦੇ ਦਿੰਦੀ ਹੈ ਜਦੋਂ ਇਹੀ ਕੰਡੀਸ਼ਨ ਹੁੰਦੀ ਆ। ਹਾਂਜੀ। ਉਹ ਤਾਂ ਕਹਿ ਦਿੰਦੀ ਹੈ 15 ਦਿਨ ਡਿਸਾਈਡ ਕਰਕੇ ਆ ਜਾਓ। ਨਹੀਂ ਜੀ ਸਰ ਦੇਖੋ ਪਾਲਿਸੀ ਚ ਲਿਖਿਆ ਹੋਇਆ ਕੀਤਾ ਹੈ, ਪਾਲਿਸੀ ਦੇ ਵਿੱਚ ਲਿਖਿਆ ਹੋਇਆ ਸੀ ਜੱਜ ਸਾਡੇ ਜਿਹੜਾ ਝੋਨੇ ਦਾ ਟੈਂਡਰ ਹੈ, ਇਹ ਨਾ ਹੋਵੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।